ਨਾਲ ਹਰਮੀਤ ਸਿੰਘ ਕਾਲਕਾ ਵੀ ਜੁੜ ਗਏ ਨੇ, ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ। ਕਾਲਕਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਵਿੱਚ। ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਗੱਲ ਵਲਟੋਆ ਸਾਹਿਬ ਕਰ ਰਹੇ ਨੇ? ਜਥੇਦਾਰ ਸਾਹਿਬ ਦਾ ਬਿਆਨ ਤੁਸੀਂ ਸੁਣ ਲਿਆ ਹੋਣਾ, ਸਿੱਧਾ ਸਿੱਧਾ ਉਹਨਾਂ ਨੇ ਕਿਹਾ ਕਿ ਸਿੱਖ ਹੀ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੇ ਆ। देखो, मैं बड़ा सत्कार करदा जथेदार साहब की गल दा जी, और उन्होंने हमेशा बहुत वधिया संदेश कौम नूं दिता, बहुत वधिया सानू आदेश दिते ने और उन्हां दी गल बिल्कुल ठीक है कि ये जिहड़ियां संस्थावां नूं कमजोर करन वाले लोग ने, भावें किधरे भी रहे होण, भावें कई साल अपने राज पाल च रहे होण, भावें कित्थे भी रहे होण, मगर कमजोर करन दीयां जिहड़ियां कोशिशां हमेशा कौम नूं कीतियां जांदियां रहियां, उहनूं मिल के करना चाहिए। और मैं तो चाहता वा कि जथेदार साहब आदेश देन पूरी कौम नूं कि बई ये काम इस तरीके दे नाल होने चाहिए ने जिहदे नाल कौम दी चढ़दी कला होए और आपस ਵਿੱਚ ਮੰਡੀਆਂ ਨਾ ਪੈ। ਤੁਸੀਂ ਕਾਲਕਾ ਸਾਹਿਬ ਇਹ ਸਮਝਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਦਫ਼ਤਰ ਖੋਲ੍ਹਿਆ ਗਿਆ ਔਰ ਉਸ ਚੀਜ਼ ਵੱਲ ਇਸ਼ਾਰਾ ਹੈ ਜਥੇਦਾਰ ਸਾਹਿਬ ਦੇ ਇਸ ਬਿਆਨ ਦਾ? देखो, अगर जथेदार साहब नूं ਇਹ ਗੱਲ नहीं ਮਾਫਕ ਆਂਦੀ ਜਾਂ ਉਹਨਾਂ ਦੇ ਉੱਤੇ ਕਿਸੇ किस्म ਦਾ ਕਿਹਾ ਜਾ ਰਿਹਾ ਕਿ ਬਈ ਇਹਨੂੰ ਇਹੋ ਜਿਹੇ ਬਿਆਨ ਦਿਓ, ਮੈਂ ਨਹੀਂ ਸਮਝ ਆਉਂਦਾ। ਮਗਰ ਪ੍ਰਬੰਧ ਨੂੰ ਧਰਮ ਪ੍ਰਚਾਰ ਦਾ ਕੰਮ ਕਰਨ ਵਾਸਤੇ ਕਿ ਜਥੇਦਾਰ ਸਾਹਿਬ ਨੂੰ ਲੱਗਦਾ ਕਿ ਅਸੀਂ ਕੰਮ ਗਲਤ ਕਰ ਰਹੇ, ਸਾਨੂੰ ਆਦੇਸ਼ ਦੇ ਦੇ ਕਿ ਬਈ ਤੁਸੀਂ ਨਹੀਂ ਕਰਨਾ ਕੰਮ, ਇਹਦੇ ਲਈ ਬਾਕੀ ਦੇ ਲੋਕ ਕਰ ਲੈਣਗੇ। ਕਿਉਂਕਿ ਮੈਨੂੰ ਬੜਾ ਅਫਸੋਸ ਹੋਇਆ ਹੁਣ ਇਹ ਗੱਲ ਸੁਣ ਕੇ, ਜਥੇਦਾਰ ਸਾਹਿਬ ਹੁਣ ਇਹ ਗੱਲ ਕਰ ਰਹੇ ਨੇ ਜਿਹੜੀ ਵਲਟੋਆ ਸਾਹਿਬ ਕਿ ਜਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਜਥੇਬੰਦੀ ਨਹੀਂ ਮੰਨਦੇ, ਨੁਮਾਇੰਦਾ ਜਿਹੜੀ 10 ਲੱਖ ਸਿੱਖਾਂ ਦੀ ਅਗਵਾਈ ਕਰਦੀ ਹੈ, ਤੇ ਫਿਰ ਇਹ ਗੱਲਾਂ ਹੀ ਨਹੀਂ ਕੋਈ ਰਹਿ ਜਾਂਦੀਆਂ ਆਪਸ ਵਿੱਚ ਗੱਲ ਕਰਨ ਦੀ ਇਸ ਮਾਮਲੇ ਦੇ ਬਾਰੇ। ਜਥੇਦਾਰ ਸਾਹਿਬ ਸਾਨੂੰ ਜੋ ਹੁਕਮ ਕਰਨਗੇ ਸਿਰ ਮੱਥੇ ਦੇ ਉੱਤੇ ਉਹ ਕਹਿ ਦੇਣ ਕਿ ਇਹ ਕੰਮ ਤੁਸੀਂ ਠੀਕ ਨਹੀਂ ਕਰ ਰਹੇ, ਤੁਹਾਨੂੰ ਧਰਮ ਪ੍ਰਚਾਰ ਦੀ ਗੱਲ ਨਹੀਂ ਕਰਨੀ ਚਾਹੀਦੀ, ਤੁਹਾਨੂੰ ਜਿਹੜੇ ਲੋਕ ਧਰਮ ਪਰਿਵਰਤਨ ਹੋ ਰਿਹਾ ਉਹਨਾਂ ਨੂੰ ਵਾਪਸ ਲਿਆਉਣ ਦੀ ਗੱਲ ਨਹੀਂ ਕਰਨੀ ਚਾਹੀਦੀ, ਤੇ ਅਸੀਂ ਵਾਪਸ ਆ ਜਾਂਦੇ ਹਾਂ। ਇਹਦੇ 'ਚ ਕੋਈ ਟਕਰਾਅ ਤੇ ਹੈ ਨਹੀਂ। ਅਸੀਂ ਤੇ ਮਨਾ ਨਹੀਂ ਕੀਤਾ ਕਿ ਬਈ ਕੋਈ ਸੰਸਥਾ ਕੰਮ ਨਹੀਂ ਕਰਦੀ, ਅਸੀਂ ਕਹਿ ਰਹੇ ਸਾਰੇ ਬਹੁਤ ਵਧੀਆ ਕੰਮ ਕਰ ਰਹੇ, ਮਗਰ ਗੁਰੂ ਘਰ ਸਿੱਖ ਹੋਣ ਦੇ ਨਾਤੇ ਸਾਡੇ ਤੇ ਲੋਕ ਪਰ ਕਾਲਕਾ ਸਾਹਿਬ ਤੁਸੀਂ ਇਹ ਸਮਝਦੇ ਹੋ ਵੀ ਏਦਾਂ ਵੱਖ-ਵੱਖ ਚੱਲਣਾ ਹੀ ਸੰਸਥਾਵਾਂ ਨੂੰ ਕਮਜ਼ੋਰ ਕਰਦਾ ਹੈ ਬਜਾਏ ਇੱਕੇ ਦੇ? ਦੇਖੋ, ਇਹ ਤੇ ਅਸੀਂ ਕਿਸੇ ਨੂੰ ਕੀਤਾ ਨਹੀਂ, ਅਸੀਂ ਤਾਂ ਸਿੱਧਾ ਦਿੱਤਾ। ਅਸੀਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੀ ਉੱਥੇ ਬੁਲਾਇਆ, ਅਸੀਂ ਦਮਦਮੀ ਟਕਸਾਲ ਤੋਂ ਬੰਦੇ ਬੁਲਾਏ, ਨਿਹੰਗ ਸਿੰਘ ਜਥੇਬੰਦੀਆਂ ਤੋਂ ਬੁਲਾਏ, ਸਭ ਕੋਲ ਅਗਲਾ ਜਿਹੜਾ ਸੈਮੀਨਾਰ ਵੀ ਕਰਕੇ ਅਸੀਂ ਰੂਪ ਰੇਖਾ ਬਣਾਉਣੀ ਹੈ, ਸਭ ਨੂੰ ਲੈ ਕੇ ਚੱਲਣਾ। ਅਸੀਂ ਤੇ ਇਹ ਇੱਕੋ ਗੱਲ ਬਾਰ-ਬਾਰ ਕਹੀ ਜਾ ਰਹੇ ਹਾਂ ਕਿ ਅਸੀਂ ਕੋਆਰਡੀਨੇਟ ਕਰਕੇ ਸਾਰਿਆਂ ਨੂੰ ਜਿੱਥੇ ਕਮੀਆਂ ਆਈਆਂ ਨੇ ਉਹਦੀ ਕਮੀ ਤੇ ਲੱਭੀਏ। ਅਸੀਂ ਸਿਰਫ ਆਪਸ ਵਿੱਚ ਗੱਲਾਂ ਕਰਦੇ ਰਹਿੰਦੇ ਹਾਂ, ਕਮੀ ਬਾਰੇ ਤੇ ਕਿਸੇ ਨੇ ਗੱਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਸ ਕਰਕੇ ਮੈਂ ਸਮਝਦਾ ਕਿ ਜਥੇਦਾਰ ਸਾਹਿਬ ਦੀ ਬਹੁਤ ਵੱਡੀ ਜ਼ਿੰਮੇਵਾਰੀ ਕਿਸੇ ਕੌਮ ਦੇ ਹਮੇਸ਼ਾ ਉਹਨਾਂ ਨੇ ਅਗਵਾਈ ਕੀਤੀ ਹੈ, ਉਹਨਾਂ ਨੂੰ ਆਦੇਸ਼ ਦੇਣਾ ਚਾਹੀਦਾ। ਜੇ ਉਹਨਾਂ ਨੂੰ ਲੱਗਦਾ ਕਿ ਦਿੱਲੀ ਕਮੇਟੀ ਨੂੰ ਇਹ ਕੰਮ ਧਰਮ ਪ੍ਰਚਾਰ ਤੇ ਨਹੀਂ ਕਰਨੇ ਚਾਹੀਦੇ, ਦਿੱਲੀ ਕਮੇਟੀ ਨੂੰ ਦਿੱਲੀ ਤੱਕ ਸੀਮਿਤ ਰਹਿਣ ਦੇਣਾ ਚਾਹੀਦਾ, ਅਸੀਂ ਉਹਦੇ ਲਈ ਵੀ ਤਿਆਰ ਹਾਂ। ਅਗਰ ਸਾਡੀ ਜ਼ਿੰਮੇਵਾਰੀ ਗੁਰੂ ਕਾ ਸਿੱਖ ਹੋਣ ਦੇ ਨਾਤੇ ਅਗਰ ਮੈਂ ਖੁਦ ਪਰਸਨਲੀ ਕਿਸੇ ਦਾ ਅਗਰ ਜਾਣਾ ਚਾਹਾਂ ਤਾਂ ਮੈਂ ਤਾਂ ਵੀ ਜਾ ਸਕਦਾ ਹਾਂ, ਬਟ ਜਥੇਬੰਦੀ ਨੂੰ ਹੈਡ ਕਰਦੇ ਹੋਏ, ਦਿੱਲੀ ਕਮੇਟੀ ਨੂੰ ਹੈਡ ਕਰਦੇ ਹੋਏ ਮੇਰੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਲੋਕਾਂ ਦੀ ਅਪੇक्षा ਸਾਡੇ ਤੋਂ ਨੇ। ਔਰ ਅਪੇक्षा ਕਿਉਂ ਬਣੀ ਹੈ ਮੈਂ ਉਹਦੇ ਵਿੱਚ ਵਿਸਤਾਰ ਦੇ ਉੱਤੇ ਬਹਿਸ ਵਿੱਚ ਨਹੀਂ ਪੈਣਾ ਚਾਹੁੰਦਾ, ਉਹ ਤੁਹਾਨੂੰ ਸਾਰਿਆਂ ਨੂੰ ਬੜੇ ਅੱਛੀ ਤਰੀਕੇ ਪਤਾ। ਠੀਕ ਹੈ। ਸਾਡੇ ਨਾਲ ਮਨਜਿੰਦਰ ਸਿੰਘ ਸਿਰਸਾ ਵੀ ਜੁੜ ਗਏ ਨੇ। ਸਿਰਸਾ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ? ਵਲਟੋਆ ਸਾਹਿਬ ਬਣੇ ਹੋਏ ਨੇ, ਮੈਂ ਉਹਨਾਂ ਕੋਲੋਂ ਜਵਾਬ ਲਊਂਗਾ, ਪਰ ਸਿਰਸਾ ਸਾਹਿਬ ਤੁਸੀਂ ਜਥੇਦਾਰ ਸਾਹਿਬ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਕਿ ਸਿੱਖ ਹੀ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੇ ਨੇ? ਪਿਛਲੇ ਸਮੇਂ ਦੇ ਵਿੱਚ ਵਾਰ-ਵਾਰ ਵਿਰੋਧੀਆਂ ਦਾ ਜ਼ਿਕਰ ਹੁੰਦਾ ਹੈ, ਕਾਲਕਾ ਸਾਹਿਬ ਨੇ ਵੀ ਜ਼ਿਕਰ ਕੀਤਾ, ਵਲਟੋਆ ਸਾਹਿਬ ਨੇ ਵੀ ਜ਼ਿਕਰ ਕੀਤਾ, ਵਿਰੋਧੀ ਹੈ ਕੌਣ ਨੇ? ਨਹੀਂ, ਇਹ ਤੇ ਹੁਣ ਜਥੇਦਾਰ ਸਾਹਿਬ ਹੀ ਦੱਸ ਸਕਦੇ ਜਿਹਨਾਂ ਨੇ ਸਟੇਟਮੈਂਟ ਦਿੱਤੀ ਵਿਰੋਧੀ ਕੌਣ ਨੇ ਜੀ। ਔਰ ਉਹਨਾਂ ਨੇ ਅੱਛੀ ਗੱਲ ਕਹੀ ਆ ਕਿ ਕੌਮ ਨੂੰ ਇਕਜੁੱਟ ਰਹਿਣਾ ਚਾਹੀਦਾ, ਮੈਂ ਸਹਿਮਤ ਉਹਨਾਂ ਦੇ ਨਾਲ, ਪਰ ਉਹਨਾਂ ਨੂੰ ਦੱਸਣਾ ਚਾਹੀਦਾ ਜਿਹੜਾ ਵਿਰੋਧੀ ਉਹਨੂੰ ਵੀ ਉਹਨਾਂ ਨੂੰ ਬੁਲਾ ਕੇ ਸਮਝਾਉਣਾ ਚਾਹੀਦਾ ਕਿ ਤੁਸੀਂ ਇਹ ਵਾਲਾ ਕੰਮ ਵਿਰੋਧ 'ਚ ਨਹੀਂ ਕਰ ਸਕਦੇ। ਪਰ ਸਭ ਤੋਂ ਵੱਡੀ ਗੱਲ ਤੇ ਆ ਕਿ ਅੱਜ ਉਹਨਾਂ ਨੂੰ ਜਿਹੜੇ ਲੋਕਾਂ ਨੂੰ ਵੀ ਬੁਲਾਉਣਾ ਚਾਹੁੰਦੇ ਨੇ ਪਹਿਲਾਂ ਤੇ ਇਹ ਦੇਖਣ ਕਿ ਉਹਨਾਂ ਦੀ ਮੰਨਣਗੇ, ਕਿਉਂਕਿ ਜਥੇਦਾਰ ਸਾਹਿਬ ਨੂੰ ਵੀ ਇੱਕ ਗੱਲ ਦਾ ਜ਼ਰੂਰ ਜ਼ਿਹਨ 'ਚ ਰੱਖਣੀ ਚਾਹੀਦੀ ਆ ਕਿ ਜਿਸ ਪਾਰਟੀ ਨੂੰ ਆਪਾਂ ਪੰਥਕ ਪਾਰਟੀ ਕਹਿੰਦੇ ਮੰਨਣ ਨੂੰ ਤੇ ਉਹੀ ਤਿਆਰ ਨਹੀਂ ਜਥੇਦਾਰ ਸਾਹਿਬ ਦੀ ਗੱਲ, ਪਹਿਲਾਂ ਤੇ ਉਹਨਾਂ ਨੂੰ ਹੀ ਸਮਝਾਉਣ। ਦੇਖੋ, ਆਖਿਰਕਾਰ ਜਥੇਦਾਰ ਸਾਹਿਬ ਦੀ ਸਭ ਤੋਂ ਵੱਡੀ ਕੌਮ ਦੀ ਸਾਡੀ ਸਰਮੋਰ ਹਸਤੀ ਨੇ। ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜੀ ਕੌਮ ਦੀ ਜਥੇਬੰਦੀ ਮੰਨਣ ਨੂੰ ਤੇ ਉਹੀ ਤਿਆਰ ਨਹੀਂ। ਜਥੇਦਾਰ ਸਾਹਿਬ ਨੇ ਕਿਹਾ ਕਮੇਟੀ ਬਣਾਓ, ਉਹ ਅਲੱਗ-ਅਲੱਗ ਜਾ ਕੇ ਆਪਣਾ ਕੰਮ ਕਰਨ ਲੱਗ ਪਏ। ਤਾਂ ਮੈਂ ਬਿਲਕੁਲ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਔਰ ਉਹ ਖੁਦ ਹੀ ਮੰਨਦੇ ਪਏ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਤੋਂ ਕਮਜ਼ੋਰ ਸੰਸਥਾ ਹੋ ਚੁੱਕੀ ਆ। ਉਹਨਾਂ ਨੇ ਆਪਣੀ ਗੱਲ 'ਚ ਇਸ ਗੱਲ ਨੂੰ ਬਾਰ-ਬਾਰ ਦੁਹਰਾਇਆ ਹੈ। ਉਹਨਾਂ ਇਸ ਗੱਲ ਨੂੰ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਹਾਸ਼ੀਏ ਤੇ ਆ ਗਈ ਔਰ ਉਹਦੇ ਬਹੁਤ ਲੋਕ ਉਹਦੇ ਲਈ ਜ਼ਿੰਮੇਵਾਰ ਨੇ। ਤੇ ਮੈਨੂੰ ਲੱਗਦਾ ਕਿ ਪਹਿਲਾਂ ਤੇ ਦੇਖਣ ਦੀ ਲੋੜ ਆ ਕੌਣ ਨੇ, ਉਹਨਾਂ ਨੂੰ ਬੋਲਣ,
ਪਰ ਅਸੀਂ ਤਾਂ ਬਿਲਕੁਲ ਸਾਥ ਦਿਆਂਗੇ ਹਰ ਗੱਲ 'ਚ ਉਹਨਾਂ ਦਾ। ਸਾਡਾ ਤੇ ਮੈਂ ਤੇ ਪਹਿਲਾਂ ਤੋਂ ਇਹ ਗੱਲ ਤੋਂ ਵਿਸ਼ਵਾਸ ਰੱਖਦਾ ਹਾਂ। ਕਿਸ ਤਰ੍ਹਾਂ ਦੀ ਸਿਰਸਾ ਸਾਹਿਬ ਸਪਸ਼ਟਤਾ ਚਾਹੁੰਦੇ ਹੋ? ਕਿਸ ਤਰ੍ਹਾਂ ਦੀ ਤੁਹਾਡੇ ਜ਼ਿਹਨ 'ਚ ਕੁਝ ਤੇ ਹੋਣਾ? ਮੈਨੂੰ ਪਤਾ ਬਿਆਨ ਉਹਨਾਂ ਦਾ। ਦੇਖੋ ਜੀ ਮੇਰੀ ਗੱਲ ਸੁਣੋ, ਸੁਪਰੀਮ ਕੋਰਟ 'ਚ ਇੱਕ ਗੱਲ ਕਹੀ ਜਾਂਦੀ ਆ ਕਿ ਜਿਹੜੀ ਜੱਜ ਨੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਨਾ, ਤੁਸੀਂ ਉਹਦੀ ਇੰਟਰਪ੍ਰੀਟੇਟ ਕੋਈ ਹੋਰ ਨਹੀਂ ਕਰ ਸਕਦਾ, ਖੁਦ ਹੀ ਕਰ ਸਕਦਾ ਹੈ। तो साढ़े लिए तो सुप्रीम कोर्ट है। जथेदार साहब ने कोई बयान दिता तो उसी इंटरप्रिटेशन मैं तो नहीं इंटरप्रेट कर सकता ना, तो वही दसो कि उन्होंने की मतलब आ। पर मैं जरूर चाहना कि उन्होंने गल बिल्कुल दुरुस्त कही आ, और जो पहला भी गल्लां कही ने साडी कौम नूं उत्ते विचारना चाहिए है। श्रोमणी अकाली दल हाशिए ते आ गई, इस गल नूं विचारन दी लोड़ आ, क्यों आई आ। श्रोमणी कमेटी अज हाशिए ते क्यों, इस गल नूं विचारन दी लोड़ आ। और मैं हुणे हरमीत सिंह कालका का बयान सुन रहा सी, बड़ी अच्छी गल उन्होंने कही आ। अगर वो चाहते हैं कि दिल्ली कमेटी नहीं करे, मैं बिल्कुल मानता कि आपस अंदर कोई कन्फरंटेशन नहीं होनी चाहिए। कभी श्रोमणी कमेटी असीं देखते हैं दिल्ली पहुंच जाती है, दिल्ली कमेटी पंजाब। देखो मैं तो जरूर कहूँगा कि मिल बांट के इन्होंने सारे इस काम करना चाहिए है। मैं तो इस सिस्टम तो बाहर हाँ, पर मैनूं कहण दा कोई अधिकार तो नहीं, पर एक साधारण सिख होने के नाते मैं जरूर चाहूँगा कि इन्होंने बैठ के ते आपस अंदर एकजुटता करनी चाहिए है, ताकि बाहर मजाक ना साडा होवे। वलटोआ साहब जुड़े हुए ने। वलटोआ साहब इतफाक रखते हो सिरसा साहब की गल नाल? देखो इस कोई डरावा नहीं है कि जो विचार जथेदार जैदर साहब होरां ने जिहड़े शब्दां दी वरतों कीती है जी, उन्होंने एक्सप्लेन तो उही कर सकते हैं जी, पर बड़ा स्पष्ट जिहा, बड़ा साफ जिहा उन्हां दा कहना है जी जी कि अज साडियां सिख संस्थावां दे उत्ते साडे सिखां दे विच बैठे हुए लोग ही उंगलां करदे ने, किंतु परंतु करदे ने, तो कोई ओला ही नहीं। और दूसरे बन्ने जिहड़ा आ कालका साहब कह के गए कि जिहड़े लोग 10 साल राज करके गए ने, जां जिन्हां ने राज कीता शब्द ना वरतिया है जी, तो कालका साहब तुसीं भी उहदा हिस्सा सीगे, तुसीं भी श्रोमणी अकाली दल दे तकड़ी दे चोण निशान ते लड़दे रहे जे। अज वक्री गल कि तुहाडी अमित शाह दे नाल यारी पै गई है, तुहाडी सिरसा साहब ने पवाती है, तुहाडी मोदी साहब नाल सांझ पै गई है, तुसीं राज भाग दे वड्डी पौड़ी चढ़ गए जे, तुहानूं निक्कियां दी लोड़ कोई नहीं हैगी, तुहानूं सिखां दी उस संस्था दी लोड़ नहीं। अज तुहाडा फर्ज बनदा सी कि श्रोमणी अकाली दल जिहड़ा श्री अकाल तख्त साहब सिरजिया गया सीगा, ओदी मजबूती वास्ते अज डट के खड़दे, पर तुसीं इस करके छड्ड गए कि तुहानूं वड्डे राज भाग वाले मिल गए। बड़े राजपाल जुड़े हुए ने कालका साहब, जुड़े हुए ने अपने कालका साहब जवाब दे दो। मैंने गल पूरी कर लेंदो जी, मैंने गल पूरी कर लो, मैंने गल पूरी कर दो ना, मैंने गल पूरी ते कर लेंदो जी। कालका साहब निजी गल्लां करन दी मैंने गल पूरी कर दियो जी। मेरे कोल बहुत गल्लां हैगियां ने, मगर ਅਸੀਂ ਸਾਡਾ ਜਿਹੜਾ ਟੌਪਿਕ ਹੈ ਆਪਾਂ ਟੌਪਿਕ ਤੋਂ ਬਾਹਰ ਨਾ ਜਾਈਏ, ਆਪਾਂ ਜਥੇਦਾਰ ਸਾਹਿਬ ਦੀ ਗੱਲ ਕਰੀਏ। ਤੁਸੀਂ ਮੈਨੂੰ ਗੱਲ ਪੂਰੀ ਕਰ ਦਿਓ, ਗੱਲਾਂ ਕਰ ਮੈਨੂੰ ਗੱਲ ਪੂਰੀ ਕਰ ਦਿਓ, ਜ਼ਿੰਮੇਵਾਰ ਸੰਸਥਾਵਾਂ ਪਿੱਛੇ ਹਟ ਜਾਂਦੀਆਂ ਨੇ ਕਾਲਕਾ ਸਾਹਿਬ। ਨਹੀਂ ਫਿਰ ਗੱਲ ਤੁਸੀਂ ਗੱਲ ਪੂਰੀ ਵਲਟੋਆ ਸਾਹਿਬ ਮੈਨੂੰ ਗੱਲ ਪੂਰੀ ਕਰ ਦਿਓ ਨਾ ਜੀ ਕਾਲਕਾ ਸਾਹਿਬ। ਤੁਸੀਂ ਜਵਾਬ ਲੈ ਲਓ, ਤੁਸੀਂ ਜਵਾਬ ਲੈ ਲਓ ਵਲਟੋਆ ਸਾਹਿਬ, ਲੈ ਲਓ। ਕੋਈ ਗੱਲ ਨਹੀਂ, ਆਪਣੇ ਕੋਲੇ ਸਮਾਂ, ਤੁਸੀਂ ਆਪਾਂ ਕਰਦੇ ਹਾਂ ਗੱਲ ਖੁੱਲ ਕੇ, ਕੋਈ ਗੱਲ ਨਹੀਂ, ਸਮਾਂ ਤੂੰ ਕਾਲਕਾ ਸਾਹਿਬ ਨੂੰ ਜਵਾਬ ਦੇ ਲੈਣ ਦਿਓ ਵਲਟੋਆ ਸਾਹਿਬ। ਗੱਲ ਤੁਸੀਂ ਏਜੰਡੇ ਤੇ ਰਵੋਗੇ ਤੇ ਬਹੁਤ ਵਧੀਆ ਰਹੇਗਾ। ਅਗਰ ਦੂਜੇ ਪਾਸੇ ਆਪਾਂ ਪਰਤਾ ਖੋਲਣ ਤੇ ਆਵਾਂਗੇ ਤੇ ਫਿਰ ਜਥੇਦਾਰ ਸਾਹਿਬ ਦੇ ਉਦੇਸ਼ ਦੇ ਉੱਤੇ ਗੱਲ ਹੀ ਨਹੀਂ ਕਰ ਰਹੇ। ਜਦ ਤੁਹਾਡੇ ਵਰਗਾ ਇੱਕ ਜ਼ਿੰਮੇਵਾਰ ਆਦਮੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਹੀ ਨਹੀਂ ਦੇ ਰਿਹਾ, ਤੇ ਮੈਨੂੰ ਨਹੀਂ ਸਮਝ ਆਉਂਦਾ ਕਿ ਆਪਾਂ ਕੌਮ ਦੀ ਕੀ ਏਕਤਾ ਦੀ ਗੱਲ ਕਰਾਂਗੇ, ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰ ਰਹੀ ਹੈ। ਪਿਛਲੇ 50 ਸਾਲਾਂ ਤੋਂ ਇੰਨੇ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਜਿਹੜੀ ਜਥੇਬੰਦੀ ਬਣੀ ਹੈ, ਕਮੇਟੀਆਂ ਬਣੀਆਂ, ਤੁਸੀਂ ਕਹਿਤਾ ਜੀ ਕਿ ਦਿੱਲੀ ਕਮੇਟੀ ਦਾ ਕੋਈ ਰੋਲ ਹੀ ਨਹੀਂ ਹੈ, ਤੇ ਫਿਰ ਤੇ ਗੱਲ ਹੀ ਮੁੱਕ ਜਾਂਦੀ ਹੈ। ਤੇ ਤੁਹਾਡੀ ਜਦ ਸੋਚ ਹੀ ਇੱਥੇ ਤੱਕ ਪਹੁੰਚਾਤੀ ਗਈ ਹੈ, ਹੁਣ ਤੁਹਾਡੀ ਨਿੱਜੀ ਸੋਚ ਜਾਂ ਤੁਹਾਡੀ ਪਾਰਟੀ ਦੀ ਸੋਚ ਮੈਂ ਨਹੀਂ ਸਮਝਦਾ। ਮਗਰ ਇਸ ਗੱਲ ਦਾ ਤੇ ਜਵਾਬ ਜਥੇਦਾਰ ਸਾਹਿਬ ਦੇ ਸਕਦੇ ਨੇ ਕਿ ਦਿੱਲੀ ਕਮੇਟੀ ਨੇ ਅਗਰ ਦਫ਼ਤਰ ਖੋਲਿਆ ਫਿਰ ਤੇ ਕੋਈ ਦਿੱਕਤ ਹੀ ਨਹੀਂ ਹੋਣੀ ਚਾਹੀਦੀ ਕਿਸੇ ਨੂੰ। ਔਰ ਅਗਰ ਪੰਥ ਦੀ ਸੇਵਾ ਕਰਨੀ ਸਾਡੀ ਇੱਕ ਗੁਰਸਿੱਖ ਦੀ ਸੇਵਾ ਗੱਲ ਹੈ, ਔਰ ਜਥੇਦਾਰ ਸਾਹਿਬ ਨੂੰ ਅਗਰ ਗਲਤ ਲੱਗਦਾ, ਮੈਂ ਬਾਰ-ਬਾਰ ਇੱਕੋ ਗੱਲ ਤੇ ਆ ਕਿ ਜਥੇਦਾਰ ਸਾਹਿਬ ਆਦੇਸ਼ ਦੇਣ। ਔਰ ਜਿਹੜੀ ਗੱਲ ਸਿਰਸਾ ਸਾਹਿਬ ਨੇ ਕਹੀ ਹੈ ਇਹ ਵੀ ਵਿਚਾਰਨਯੋਗ ਬਹੁਤ ਜ਼ਿਆਦਾ ਹੈ ਕਿ ਕਿਆ ਜਥੇਦਾਰ ਸਾਹਿਬ ਦੀ ਗੱਲ ਜਿਹੜੀ ਨੁਮਾਇੰਦਾ ਜਥੇਬੰਦੀ ਹੈ ਜਿਨ੍ਹਾਂ ਦੇ ਕਰਕੇ ਉਹ ਚੁਣੇ ਜਾਂਦੇ ਆ, ਕਿਆ ਉਹ ਅੱਜ ਉਹਨਾਂ ਦੀ ਗੱਲ ਮੰਨਦੀ ਹੈ? ਅੱਜ ਉਹਦਾ ਜਵਾਬ ਦਿੰਦੇ ਆਪਾਂ ਗੱਲ ਦੇ ਉੱਤੇ ਗੱਲ ਕਰੀਏ ਕਿ ਜਿਹੜੀ ਜਥੇਦਾਰ ਸਾਹਿਬ ਦੀ ਹੈ। ਹੁਣ ਤੁਸੀਂ ਕਹੋ ਜੀ ਕਿ ਸਾਨੂੰ ਦਿੱਲੀ ਦੇ ਵਿੱਚ ਬਹਿ ਕੇ ਜੇਕਰ ਆਪਾਂ ਕਮੇਟੀਆਂ ਸਰਕਾਰਾਂ ਦੇ ਨਾਲ ਨਹੀਂ ਜੀ, ਪਾਰਟੀ ਦੇ ਨਾਲ ਨਹੀਂ ਜੁੜਦੇ, ਅਸੀਂ ਸਾਡਾ ਕੰਮ ਹੈ ਅਸਲ ਦੇ ਵਿੱਚ ਕਾਲਕਾ ਸਾਹਿਬ ਗੱਲ ਇਹ ਹੈ, ਅਸਲ ਦੇ ਵਿੱਚ ਗੱਲ ਇਹ ਹੈ ਕਿ ਆਪਾਂ ਚਾਹੇ ਇਹ ਕਹੀ ਗਈਏ, ਸਿਰਸਾ ਸਾਹਿਬ ਸ਼ਾਇਦ ਫੋਨ ਕੱਟ ਗਏ ਹੈ, ਆਪਾਂ ਸ਼ਾਇਦ ਇਹ ਗੱਲ ਭਾਵੇਂ ਕਹੀ ਜਾਈਏ ਵੀ ਇੰਟਰਪ੍ਰੀਟੇਸ਼ਨ ਆਪਾਂ ਨਹੀਂ ਕਰ ਸਕਦੇ, ਪਰ ਇੰਟਰਪ੍ਰੀਟੇਸ਼ਨ ਤੇ ਉਹਦੀ ਹੋ ਜਾਂਦੀ ਹੈ। ਜਦੋਂ ਕੋਈ ਐਸਾ ਬਿਆਨ ਆਉਂਦਾ ਫਿਰ ਆਪਣੇ ਸਾਹਮਣੇ ਕੁਐਸਚਨ ਮਾਰਕ ਤੇ ਖੜੇ ਹੋ ਜਾਂਦੇ ਨੇ ਨਾ, ਫਿਰ ਆਪਾਂ ਉਸ ਡਾਇਰੈਕਸ਼ਨ ਦੇ ਵਿੱਚ ਘੱਟੋ ਘੱਟ ਗੱਲ ਤੇ ਕਰਾਂਗੇ। ਕਿਹੜਾ ਐਸਾ ਬਿਆਨ ਦਿੱਲੀ ਕਮੇਟੀ ਦੇ ਕਿਸੇ ਅਹੁਦੇਦਾਰ ਨੇ ਜਿਹੜਾ ਦਿੱਤਾ ਹੋਏ ਜਿਹਦੀ ਸਾਹਿਬ ਦੀ ਹੇਠੀ ਹੋਏ ਹੋਏ ਤੇ ਸ਼੍ਰੋਮਣੀ ਕਮੇਟੀ ਜ਼ਿੰਮੇਵਾਰੀ ਮੁਨਕਰ ਹੋ ਰਹੀ ਹੈ, ਤੇ ਕਿਆ ਉਹਨਾਂ ਨੂੰ ਜਿੱਤ ਲਾਣਾ
ਇੱਕ ਗੁਰਸਿੱਖ ਦਾ ਫਰਜ਼ ਨਹੀਂ ਹੈ? ਇੱਕ ਆਮ ਸਧਾਰਨ ਸਿੱਖ ਵੀ ਖੜੇ ਹੋ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੁੱਛ ਸਕਦਾ ਹੈ ਕਿ ਬਈ ਤੁਹਾਡੇ ਨੱਕ ਥੱਲੇ ਲੱਖ ਕੱਟ ਹੋ ਰਿਹਾ ਹੈ ਈਸਾਈਆਂ ਦਾ, ਕਿਆ ਤੁਹਾਡਾ ਜ਼ਿੰਮੇਵਾਰੀ ਨਹੀਂ ਬਣਦੀ ਹੈ ਕਿ ਆਪਾਂ ਸਿੱਖਾਂ ਨੂੰ ਇਹਦੇ ਉੱਤੇ ਜਾਗਰੂਕ ਕਰ ਸਕੀਏ? ਵਲਟੋਆ ਸਾਹਿਬ ਨੂੰ ਜਵਾਬ ਦੇ ਲੈਣ ਦਿਓ ਜੀ। ਵਲਟੋਆ ਸਾਹਿਬ, ਪਹਿਲੀ ਤੇ ਗੱਲ ਵਿਜੇਪਾਲ ਜੀ, ਮੈਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਹੋਣ ਦੇ ਉੱਤੇ ਜਾਂ ਉਹਦੀ ਇੱਕ ਸੰਸਥਾ ਸਿੱਖ ਸੰਸਥਾ ਨਾ ਹੋਣ ਬਾਰੇ ਮੈਂ ਕੋਈ ਸ਼ਬਦ ਨਹੀਂ ਕਿਹਾ ਜੀ। ਮੈਂ ਉਹ ਬੜੀ ਕੁਰਬਾਨੀ ਦੇ ਨਾਲ ਬੜੇ ਮੋਰਚਾ ਲਾ ਕੇ ਕੌਮ ਨੇ ਹੋਂਦ ਵਿੱਚ ਲਿਆਂਦੀ ਹੈ ਜੀ ਜੀ। ਪਰ ਜਿੱਥੋਂ ਤੱਕ ਸੰਸਥਾਵਾਂ ਦੀ ਗੱਲ ਕਰੋਗੇ, ਸੰਸਥਾਵਾਂ ਤੇ ਬਹੁਤ ਨੇ, ਪਰ ਜਿਹੜੀਆਂ ਮੇਨ ਸਾਡੀ ਕੌਮ ਦੀ ਸਿੱਧੇ ਰੂਪ ਦੀ ਰਿਪਰੈਜ਼ੈਂਟੇਸ਼ਨ ਕਰਦੀਆਂ ਨੇ, ਮੈਂ ਉਹਨਾਂ ਸੰਸਥਾਵਾਂ ਦੀ ਗੱਲ ਕੀਤੀ ਹੈ ਜੀ। ਔਰ ਜਿਹੜੀ ਗੱਲ ਕਰਦੇ ਆ ਕਾਲਕਾ ਸਾਹਿਬ ਕਿ ਅਸੀਂ ਇੱਥੇ ਪ੍ਰਚਾਰ ਕੇਂਦਰ ਖੋਲਣਾ ਚਾਹੀਦਾ ਹੈ ਜੀ, ਜਿੱਥੇ ਵੀ ਕਿਤੇ ਸੇਵਾ ਕਰ ਸਕਦੇ, ਕਿਸੇ ਨੇ ਕਿੰਤੂ ਪਰੰਤੂ ਨਹੀਂ ਕੀਤਾ ਜੀ। ਮੇਰਾ ਖਿਆਲ ਜਥੇਦਾਰ ਸਾਹਿਬ ਹੋਰਾਂ ਦਾ ਵੀ ਇਸ ਪਾਸੇ ਕੋਈ ਕਿੰਤੂ ਪਰੰਤੂ ਨਹੀਂ ਗਾ। ਉਹਨਾਂ ਦਾ ਸਿਰਫ ਵੰਡੇ ਹੋਣ ਦੀ ਗੱਲ ਕੀਤੀ ਹੈ, ਵੰਡੇ ਹੋਣ ਦੀ ਗੱਲ ਕੀਤੀ ਹੈ। ਹਾਂਜੀ, ਉਹਨਾਂ ਨੇ ਸਿਰਫ ਵੰਡੇ ਹੋਣ ਦੀ ਗੱਲ ਕੀਤੀ ਹੈ। ਹਾਂ, ਵੰਡੇ ਹੋਣ ਦੀ ਗੱਲ ਕੀਤੀ ਹੈ ਜੀ। ਔਰ ਜਿੱਥੋਂ ਤੱਕ ਜਥੇਦਾਰ ਹੋਰਾਂ ਦਾ ਹੈਗਾ, ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਅਸੀਂ ਆਪ ਹੀ ਕਿੰਤੂ ਪਰੰਤੂ ਕਰ ਕਰਕੇ ਅਸੀਂ ਕਿਸੇ ਸ਼ਖਸੀਅਤ ਨੂੰ ਨਿੰਦਣ ਦੀ ਖਾਤਰ ਅਸੀਂ ਸੰਸਥਾਵਾਂ ਨੂੰ ਵੀ ਕਮਜ਼ੋਰ ਕਰ ਲਿਆ। ਹੁਣ ਜਿਹੜੀ ਹੈ, ਮੈਂ ਕਾਲਕਾ ਸਾਹਿਬ ਨੂੰ ਪੁੱਛਣਾ ਚਾਹਣਾ ਹੈ ਜੀ ਕਿ 11 ਮੈਂਬਰੀ ਕਮੇਟੀ ਬਣੀ ਸੀ ਜਥੇਦਾਰ ਸਾਹਿਬ ਹਰਾਂ ਦੇ ਹੁਕਮ ਤੇ ਜੀ। ਅਜੇ ਪਹਿਲੀ ਮੀਟਿੰਗ ਹੋਈ ਤੇ ਤੁਸੀਂ ਕਿੰਤੂ ਪਰੰਤੂ ਕੀਤਾ ਉਸ ਕਮੇਟੀ ਤੇ? ਜੇ ਨਹੀਂ ਕੀਤਾ ਤਾਂ ਦੱਸ ਦਿਓ। ਕਿਹੜਾ ਕਿੰਤੂ ਪਰੰਤੂ ਕੀਤਾ? ਕਿਹਦੇ ਕਹਿੰਦੇ ਕੀਤਾ ਸੀ ਕਿੰਤੂ ਪਰੰਤੂ? ਕਿਹੜਾ ਕਿੰਤੂ ਪਰੰਤੂ ਕੀਤਾ? ਉੱਥੇ ਇੱਕੋ ਗੱਲ, ਉਹ ਵੀ ਮੈਂ ਨਹੀਂ ਕਹੀ, ਦਾਦੂਵਾਲ ਸਾਹਿਬ ਨੇ ਕਹੀ ਹੈ ਕਿ ਰਾਜਨੀਤਿਕ ਬੰਦੇ ਇੱਥੇ ਨਹੀਂ ਹੋਣੇ ਚਾਹੀਦੇ, ਧਾਰਮਿਕ ਸਾਨੂੰ ਤੁਹਾਡੀ ਯਾਰੀ ਅੱਜ ਕੱਲ ਤਾਰਾਂ ਇੱਕੇ ਥਾਂ ਇੱਕੇ ਗ੍ਰਿਪ 'ਚ ਲੱਗੀਆਂ ਨੇ ਤਾਰਾਂ। ਨਹੀਂ ਹੁਣ ਤੁਸੀਂ ਇੱਕੇ ਟ੍ਰਾਂਸਫਾਰਮਰ 'ਚ ਤਾਰਾਂ ਲੱਗੀਆਂ ਨੇ ਨਾ। ਚਲੋ ਉਹ ਵੀ ਆ ਗਏ ਨੇ, ਉਹ ਵੀ ਆ ਗਏ ਨੇ। ਵਲਟੋਆ ਸਾਹਿਬ, ਦਾਦੂਵਾਲ ਸਾਹਿਬ ਵੀ ਜੁੜ ਗਏ ਨੇ। ਦਾਦੂਵਾਲ ਸਾਹਿਬ, ਜੇ ਤੁਸੀਂ ਸੁਣ ਰਹੇ ਹੋ ਤੇ ਜਵਾਬ ਦੇ ਦਿਓ। ਸਿੱਧੀ ਗੱਲ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਹੈ, ਕਿਤੇ ਯਾਰੀ ਲੱਗਣ ਦੀ ਗੱਲ ਹੋ ਰਹੀ ਹੈ, ਕਿਤੇ ਤਾਰਾਂ ਜੁੜਨ ਦੀ ਗੱਲ ਹੋ ਰਹੀ ਹੈ? ਜਵਾਬ ਦੇ ਦਿਓ ਜ਼ਰਾ। ਵਿਜੇਪਾਲ ਜੀ, ਗੱਲ ਤਾਂ ਪਹਿਲੀ ਇਹ ਆ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਬਿਆਨ ਦਿੱਤਾ, ਮੈਂ ਇਹਦੀ ਸ਼ਲਾਘਾ ਕਰਦਾ ਵਾਂ, ਪਰ ਇਹ ਬਿਆਨ ਉਹਨਾਂ ਨੂੰ ਬਹੁਤ ਪਹਿਲਾਂ ਦੇਣਾ ਚਾਹੀਦਾ ਹੈ, ਜਾਂ ਇਸ ਪਦਵੀ ਤੇ ਬੈਠੇ ਜਿਹੜੇ ਅਹੁਦੇਦਾਰ ਆ, ਜਿਹੜੇ ਜਥੇਦਾਰ ਪਹਿਲਾਂ ਰਹੇ, ਉਹਨਾਂ ਨੂੰ ਉਦੋਂ ਦੇਣਾ ਚਾਹੀਦਾ ਸੀ ਜਦੋਂ ਮੈਂ ਧਰਮ ਪ੍ਰਚਾਰ ਕਰ ਰਿਹਾ ਸੀ ਉਸ ਇਲਾਕੇ ਦੇ ਵਿੱਚ, ਜਿਹੜਾ ਧਰਮ ਪ੍ਰਚਾਰ ਤੋਂ ਪਛੜਿਆ ਸੀ, ਜਿੱਥੇ ਡੇਰੇ ਸਰਸੇ ਦਾ ਪ੍ਰਭਾਵ ਸੀ ਜੀ। ਤੇ ਜਦੋਂ ਇਹਨਾਂ ਦੇ ਆਕਾ ਦੀ ਸਰਕਾਰ ਸੀ, ਜਿਨ੍ਹਾਂ ਨੇ ਇਹਨਾਂ ਨੂੰ ਜਥੇਦਾਰ ਲਾਇਆ, ਉਹ ਮੈਨੂੰ ਧਰਮ ਪ੍ਰਚਾਰ, ਕੀਰਤਨ ਦਰਬਾਰ, ਅੰਮ੍ਰਿਤ ਸੰਚਾਰ ਰੋਕ ਕੇ ਗ੍ਰਿਫਤਾਰ ਕਰ ਲੈਂਦੇ ਸੀ, ਮੁਕੱਦਮੇ ਝੂਠੇ ਪਾ ਕੇ ਜੇਲ੍ਹਾਂ 'ਚ ਡੱਕ ਦਿੰਦੇ ਸੀ ਤੇ ਸਰਸੇ ਵਾਲੇ ਨਾਲ ਨੋਟਾਂ ਵੋਟਾਂ ਦਾ ਸਮਝੌਤਾ ਕਰਦੇ ਸੀ। ਮੈਨੂੰ ਦੱਸਣ ਉਦੋਂ ਸੰਸਥਾਵਾਂ ਕਮਜ਼ੋਰ ਨਹੀਂ ਸੀ ਹੁੰਦੀਆਂ, ਉਦੋਂ ਧਰਮ ਪ੍ਰਚਾਰ ਕਮਜ਼ੋਰ ਨਹੀਂ ਸੀ ਹੁੰਦਾ, ਉਦੋਂ ਪੰਥ ਦੇ ਸੇਵਾਦਾਰਾਂ ਨੂੰ ਫੜ ਕੇ ਅੰਦਰ ਡੱਕ ਦਿੰਦੇ ਸੀ ਤੇ ਇੱਕ ਡੇਰੇ ਸਰਸੇ ਵਾਲੇ ਦੀ ਪੁਸਤ ਬਣਾਈ, ਉਹਨੂੰ ਮਾਫੀਨਾਮੇ ਜਾਰੀ ਕਰਨੇ, ਉਹਦੇ ਜਾ ਕੇ ਖੁਰੜਿਆਂ 'ਚ ਬਹਿਣਾ ਤੇ ਉਹਦੇ ਕਹੇ ਦੇ ਉੱਤੇ ਮੈਨੂੰ ਰੋਜ਼ ਹੀ ਜੇਲ੍ਹਾਂ 'ਚ ਰੱਖਣਾ। ਮੈਨੂੰ ਦੱਸੋ ਵੀ ਉਦੋਂ ਪੰਥ ਕਮਜ਼ੋਰ ਨਹੀਂ ਸੀ ਹੁੰਦਾ? ਅੱਜ ਇਹ ਸੱਤਾ 'ਚ ਨਹੀਂ ਰਹੇ। ਹੈਲੋ, ਹਾਂਜੀ, ਅੱਜ ਇਹ ਸੱਤਾ ਦੇ ਵਿੱਚ ਨਹੀਂ ਰਹੇ, ਅੱਜ ਇਹਨਾਂ ਦੀ ਸਿਆਸੀ ਕੁਰਸੀ ਨਿਕਲ ਗਈ ਆ, ਗਾਂ ਇਹਨਾਂ ਨੂੰ SGPC ਜਾਂਦੀ ਦਿਸ ਰਹੀ ਆ ਤੇ ਅੱਜ ਇਹ ਚੀਕਾਂ ਮਾਰਨ ਲੱਗ ਗਏ। ਅੱਜ ਇਹਨਾਂ ਨੇ ਪਹਿਲਾਂ ਵੀ ਜਥੇਦਾਰ ਵਰਤੇ, SGPC ਵਰਤੀ, ਬਾਦਲ ਪਰਿਵਾਰ ਨੇ ਹੁਣ ਵੀ ਜਥੇਦਾਰ ਵਰਤਣੇ ਸ਼ੁਰੂ ਕਰਤੇ ਕਿ ਹੁਣ ਵੀ ਤੁਸੀਂ ਕਹੋ ਜੇ ਦਿੱਲੀ ਕਮੇਟੀ ਨੇ ਧਰਮ ਪ੍ਰਚਾਰ ਕੇਂਦਰ ਖੋਲ ਦਿੱਤਾ ਤੇ ਲੋੜਾ ਆ ਗਿਆ। ਇਹਨਾਂ ਨੇ ਵੀ ਤਾਂ ਦਿੱਲੀ ਆ ਕੇ, ਜਦੋਂ ਦਿੱਲੀ ਕਮੇਟੀ ਹੈਗੀ ਸੀ ਤੇ ਇੱਥੇ ਆ ਕੇ ਕਹਿੰਦੇ ਅਸੀਂ 5 ਕਰੋੜ ਦਾ ਬਜਟ ਜਿਹੜਾ ਦਿੱਲੀ ਨੂੰ ਦਿਆਂਗੇ, ਇੱਥੇ ਅਸੀਂ ਆਹ ਕਰਾਵਾਂਗੇ, ਯਾਤਰਾ ਕਰਾਵਾਂਗੇ। ਦਾਦੂਵਾਲ ਜੀ, ਮੇਰਾ ਸਵਾਲ ਇਹ ਹੈ ਕਿ ਜਿਹੜੀ ਚੀਜ਼ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜਾਂ ਤੁਸੀਂ ਸ਼ਲਾਘਾ ਸਾਰੇ ਹੀ ਕਰ ਰਹੇ ਨੇ, ਸਾਰੇ ਹੀ ਕਹਿ ਰਹੇ ਨੇ ਕਿ ਬਹੁਤ ਵਧੀਆ ਬਿਆਨ ਹੈ ਜਥੇਦਾਰ ਸਾਹਿਬ ਦਾ, ਇਸ ਪਾਸੇ ਸੋਚਣਾ ਚਾਹੀਦਾ ਹੈ, ਪਰ ਉਹਨਾਂ ਨੇ ਤਾਂ ਇਸ਼ਾਰਾ ਹੀ ਇਸ ਚੀਜ਼ ਵੱਲ ਕੀਤਾ ਵੀ ਸੰਸਥਾਵਾਂ ਕਮਜ਼ੋਰ ਹੀ ਇਸ ਲਈ ਹੋ ਰਹੀਆਂ ਕਿ ਸਭ ਅੱਡੋ ਅੱਡੀ ਚੱਲ ਰਹੇ ਆ। ਵਿਜੇਪਾਲ ਜੀ, ਮੈਂ ਤਾਂ ਜਵਾਬ ਦੇਣਾ ਛੋਟਾ ਜਿਹਾ, ਕਿਉਂਕਿ ਮੈਂ ਹਾਂਜੀ ਕਾਲਕਾ ਜੀ, ਚਲੋ ਮੈਂ ਗੱਲ ਦਾ ਛੋਟਾ ਜਿਹਾ ਜਵਾਬ ਦੇ ਦਿੰਦਾ। ਹਾਂ, ਦੇ ਦਿਓ ਜੀ, ਦੇ ਦਿਓ ਕਾਲਕਾ ਸਾਹਿਬ ਨੇ। ਤੁਸੀਂ ਇਹ ਦੇਖੋ ਕਿ ਜਦ ਤੱਕ ਤੇ ਜਿਹੜੀਆਂ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਰਹਿੰਦੀਆਂ ਨੇ, ਤਦ ਤੱਕ ਤੇ ਉਹ ਪੰਥਕ ਹੋ ਜਾਂਦੀ ਹੈ। ਜਦ ਉਹ ਉਹਨਾਂ ਤੋਂ ਅਲੱਗ ਹੁੰਦੀਆਂ ਨੇ ਤਾਂ ਪੰਥਕ ਗੈਰ ਪੰਥਕ ਹੋ ਜਾਂਦੀਆਂ। ਭਾਵੇਂ ਹਰਿਆਣਾ ਕਮੇਟੀ ਦੀ ਗੱਲ ਕਰ ਲਈਏ, ਭਾਵੇਂ ਦਿੱਲੀ ਕਮੇਟੀ ਦੀ ਗੱਲ ਕਰ ਲਈਏ, ਭਾਵੇਂ ਕਿਸੇ ਸੰਸਥਾ ਦੀ, ਜਦ ਤੱਕ ਤੇ ਅਕਾਲੀ ਦਲ ਉਹਦੇ ਉੱਤੇ ਕਾਬਿਜ਼ ਰਹੇਗਾ
ਤਦ ਤੱਕ ਉਹ ਪੰਥਕ ਹੋਊਗੀ। ਹੁਣ ਜਿਹੜੀ ਵਲਟੋਆ ਸਾਹਿਬ ਨੇ ਗੱਲ ਕੀਤੀ ਹੈ ਕਿ ਤੁਹਾਡੀਆਂ ਤਾਰਾਂ ਜੁੜੀਆਂ, ਅਰੇ ਭਈਆ ਤਾਰਾਂ ਸਾਡੀਆਂ ਜੁੜੀਆਂ, ਤਾਰਾਂ ਤੁਸੀਂ ਜੋੜ ਕੇ ਆਪ ਵਜ਼ੀਰੀਆਂ ਲਈ ਹੈ, ਆਪ ਤੁਸੀਂ ਮੈਂਬਰ ਪਾਰਲੀਮੈਂਟ ਬਣੇ ਹੋ, ਸਾਡੀ ਸਰਕਾਰ ਨੇ ਤਾਰਾਂ ਜੁੜੀਆਂ ਦੀ ਗੱਲ ਤੁਸੀਂ ਸਾਨੂੰ ਕਹਿ ਰਹੇ ਹੋ, ਜਿਹੜੀ ਸਿਰਫ ਤੇ ਸਿਰਫ ਨਿਰਵਲ ਰਾਜਨੀਤੀ ਧਾਰਮਿਕ ਗੱਲ ਕਰ ਰਹੇ ਆ, ਧਾਰਮਿਕ ਪਾਰਟੀ ਚਲਾ ਰਹੇ ਆ। ਸਵਾਲ ਸਾਰਿਆਂ ਤੇ ਹੀ ਨੇ, ਵਲਟੋਆ ਸਾਹਿਬ ਜਵਾਬ ਦੇ ਦਿਓ। ਫਿਰ ਮੈਂ ਦਾਦੂਵਾਲ ਸਾਹਿਬ ਵਿਜੇਪਾਲ ਜੀ ਮੈਂ ਅੱਗੇ ਸਮਾਂ ਦਿੱਤਾ ਹੋਇਆ। ਦੇਖੋ ਵਿਜੇਪਾਲ ਸਭ ਤੋਂ ਵੱਡੀ ਗੱਲ ਤੇ ਜਿਹੜੀ ਠੀਕ ਹੈ ਕਾਲਕਾ ਸਾਹਿਬ, ਕੋਈ ਗੱਲ ਨਹੀਂ, ਧੰਨਵਾਦ ਤੁਸੀਂ ਜੁੜੇ ਸਾਡੇ ਨਾਲ, ਸਮਾਂ ਕੱਢਿਆ ਜੀ। ਵਲਟੋਆ ਸਾਹਿਬ ਦੇਖੋ ਵਿਜੇਪਾਲ, ਕਾਲਕਾ ਸਾਹਿਬ ਜਿਹੜੀ ਗੱਲ ਕਰਕੇ ਗਏ ਹੈ, ਇਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਨੇ। ਇਹਨਾਂ ਨੂੰ ਵੀ ਪਤਾ ਹੈ ਕਿ ਇਹਨਾਂ ਦੇ ਵਿੱਚ ਤਿੰਨਾਂ ਦੇ ਵਿੱਚ ਕਿਸ ਤਰ੍ਹਾਂ ਪ੍ਰਧਾਨਗੀ ਦੀ ਦੌੜ ਰਹੀ ਹੈ, ਸਿਰਸਾ ਸਾਹਿਬ ਦੀ, ਜੀਕੇ ਸਾਹਿਬ ਦੀ, ਸਿਰਸਾ ਸਾਹਿਬ ਦੀ, ਕਾਲਕਾ ਸਾਹਿਬ ਦੀ। ਇਹਨਾਂ ਨੂੰ ਕਿਸੇ ਗੱਲ ਦਾ ਓਲਾ ਨਹੀਂ, ਪਰ ਚਲੋ ਇਹ ਇਹਨਾਂ ਦਾ ਆਪਣਾ ਜਾਤੀ ਹੈ, ਇਹ ਅੱਜ ਕਿੱਥੇ ਨੇ ਕਿੱਥੇ ਨਹੀਂ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸਿਧਾਂਤਕ ਲੜਾਈ ਲੜਦਿਆਂ ਹੋਇਆਂ ਜੇ ਸਮਾਂ ਆਇਆ ਤੇ ਸਮੇਂ ਤੇ ਆਣ ਕੇ ਅਸੀਂ ਉਹ ਗੱਠਜੋੜ ਛੱਡਿਆ ਜਿਹੜਾ 25 ਸਾਲ ਪੁਰਾਣਾ ਸੀ, ਤੇ ਰਾਜ ਭਾਗ ਛੱਡ ਕੇ, ਵਜ਼ੀਰੀ ਛੱਡ ਕੇ, ਡਟ ਕੇ ਵਿਰੋਧ ਕਰਕੇ ਬਾਹਰ ਆਏ। ਇਹ ਨਹੀਂ ਇੱਕ ਬੰਨੇ ਕਹਿੰਦੇ हैं कि मोदी जी झुकेंगे नहीं, तुम हमें डराना चाहते हो, डरा कर हमें नीचा दिखाना चाहते हो। तो 10वीं दिन जाके धौंगा अगले पासे नीवी की सी इन्होंने, हाँ जी, मोदी साहब के अगे। तो इस करके जी गल्लां इस तरह का नहीं गा। हाँ राजनीतिक गठजोड़ रहा आ, राजनीतिक गठजोड़ होंदे रहिंदे है, पर धौना नीवियां नहीं कीतियां। सुखबीर सिंह बादल ने 2014 ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਜਿੱਤੀ ਸੀ ਸੈਂਟਰ ਦੇ ਵਿੱਚ, ਤੇ ਇੱਥੇ ਪੰਜਾਬ ਦੇ ਅੰਦਰ ਜਿਹੜੀ ਹਿੱਸੇਦਾਰ ਸੀਗੇ ਉਹਨਾਂ ਦੇ ਦਿਮਾਗ ਵੀ ਵਿਗੜ ਗਏ ਸੀ ਤੇ ਦਬਾਉਣਾ ਸ਼ੁਰੂ ਕਰਤਾ ਸੀ। ਸੁਖਬੀਰ ਸਿੰਘ ਬਾਦਲ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਤੁਹਾਨੂੰ ਕਹਿਣਾ ਹੁਣੇ ਮੈਨੂੰ ਅਸਤੀਫਾ ਦਿਓ, ਮੈਂ ਕੋਈ ਇਹਨਾਂ ਦੀ ਨਹੀਂ ਮੰਨਣੀ। ਤੇ 3 MLA ਕੋਲੋਂ ਕਾਂਗਰਸ ਦੇ ਕੋਲੋਂ ਅਸਤੀਫੇ ਦਵਾ ਕੇ 59 ਪੂਰੇ ਕੀਤੇ ਸੀ। ਉਹ ਸੁਖਬੀਰ ਸਿੰਘ ਬਾਦਲ ਉਹ ਚੁੱਕਦਾ ਇਸ ਕਰਕੇ ਜਿਹੜੀਆਂ ਗੱਲਾਂ ਆਪਾਂ ਕਰੀ ਜਾਈਏ। ਦੂਸਰੀ ਗੱਲ ਜਿਹੜੀ ਹੈ, ਮੈਂ ਇੰਨੀ ਕੀ ਬੇਨਤੀ ਕਰੂੰ, ਇੱਕ ਬੰਨੇ ਤਾਂ ਅਸੀਂ ਸ਼ਲਾਘਾ ਕਰਦੇ ਹਾਂ ਜਥੇਦਾਰ ਸਾਹਿਬ ਦੇ ਬਿਆਨ ਦੀ ਕਿ ਬੜਾ ਵਧੀਆ ਬਿਆਨ ਹੈ ਜੀ। ਦੂਜੇ ਕਹਿੰਦੇ ਆ ਕਿ ਅੱਜ ਵੀ ਬਾਦਲ ਜਿਹੜੇ ਨੇ ਜਾਂ ਉਹ ਲੋਕ ਜਿਹੜੇ ਨੇ ਉਹ ਜਥੇਦਾਰਾਂ ਨੂੰ ਵਰਤ ਰਹੇ ਆ, ਇਹ ਦੂਰੇ ਮਾਪਦੰਡ ਚ। ਦਾਦੂਵਾਲ ਸਾਹਿਬ ਜਵਾਬ ਦੇ ਦਿਓ, ਸਮਾਂ ਘੱਟ ਹੈ ਆਪਣੇ ਕੋਲੇ।